ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। DJMC ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿਲਰਾਜ ਸਿੰਘ ਸਵਾਗਤ ਕਰਦਾ ਹਾਂ। ਅੱਜ ਅਸੀਂ ਫਿਰ ਸ਼ਹੀਦੀ ਪੰਦਰਵਾੜੇ ਦੇ ਦੂਸਰੇ ਭਾਗ ਸਾਕਾ ਸਰਹੰਦ ਬਾਰੇ ਗੱਲ ਕਰਨ ਲਈ ਤੁਹਾਡੇ ਨਾਲ ਰੂਬਰੂ ਹੋਏ ਹਾਂ। ਉਹ ਸਾਕਾ ਜਿਸ ਵਰਗੀ ਦੂਸਰੀ ਮਿਸਾਲ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ। ਸਾਕਾ ਸਰਹੰਦ ਜਿਸ ਵਿੱਚ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਅਤੇ ਸਾਹਿਬਜ਼ਾਦਿਆਂ ਦੇ ਦਾਦੀ ਜੀ ਮਾਤਾ ਗੁਜਰੀ ਜੀ ਸ਼ਹਾਦਤ ਨੂੰ ਪ੍ਰਾਪਤ ਹੋਏ। ਅੱਜ ਆਪਾਂ ਜੋ ਸਾਕਾ ਸਰਹੰਦ ਦੇ 25 ਦਸੰਬਰ 26 ਦਸੰਬਰ ਅਤੇ 27 ਸਤੰਬਰ ਨੂੰ ਜੋ ਵਾਪਰਿਆ, ਲੜੀਵਾਰ ਅਤੇ ਬੜੀ ਬਰੀਕੀ ਨਾਲ ਗੱਲ ਕਰਾਂਗੇ। ਅਤੇ ਸਾਕਾ ਸਰਹੰਦ ਬਾਰੇ ਗੱਲ ਕਰਨ ਲਈ ਫਿਰ ਤੋਂ ਸਾਡੇ ਨਾਲ ਜੁੜੇ ਨੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਡਾਕਟਰ ਜਗਜੀਵਨ ਸਿੰਘ। ਮੈਂ ਉਹਨਾਂ ਦਾ DJMC ਚੈਨਲ 'ਤੇ ਸਵਾਗਤ ਕਰਦਾ ਹਾਂ। ਅਤੇ ਅੱਜ ਆਪਾਂ ਫਿਰ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਕਿ ਡਾਕਟਰ ਸਾਹਿਬ ਕਿ ਸਾਕਾ ਸਰਹੰਦ ਦਾ ਜਿਹੜਾ ਪਹਿਲਾ ਬਿਰਤਾਂਤ ਹੈ 25 ਦਸੰਬਰ ਨੂੰ ਜੋ ਵਾਪਰਿਆ, ਉਸ ਬਾਰੇ ਸਾਡੇ ਜੋ ਦਰਸ਼ਕ ਨੇ ਉਹਨਾਂ ਨੂੰ ਵਿਸਥਾਰ ਨਾਲ ਦੱਸੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਸ਼ਹੀਦੀ ਪੰਦਰਵਾੜੇ ਦਾ ਜਿਹੜਾ ਦੂਜਾ ਹਿੱਸਾ ਤੁਸੀਂ ਵਾਰਤਾਲਾਪ ਦੇ ਰੂਪ ਵਿੱਚ ਸੰਗਤਾਂ ਦੇ ਸਾਹਮਣੇ ਪੇਸ਼ ਕਰ ਰਹੇ ਹੋ, ਉਹਦੇ ਲਈ ਮੈਨੂੰ ਮੌਕਾ ਦਿੱਤਾ ਹੈ। ਜਿਵੇਂ ਕਿ ਤੁਸੀਂ ਦੱਸਿਆ ਕਿ ਦੁਨੀਆ ਦੇ ਵਿੱਚ ਸਾਕਾ ਸਰਹੰਦ ਦੀ ਜਿਹੜੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਹਾਂਜੀ, ਇਸ ਨੂੰ ਅਸੀਂ ਨਿੱਕੀਆਂ ਜਿੱਦਾਂ ਵੱਡੇ ਸਾਕੇ ਦੇ ਰੂਪ ਵਿੱਚ ਬਿਆਨ ਕਰਦੇ ਹਾਂ ਜੀ, ਕਿਉਂਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਹੁਤ ਵੱਡੀ ਹੈ। ਉਹਨਾਂ ਦੀਆਂ ਉਮਰਾਂ ਇਸ ਵੱਡੇ ਘਟਨਾਕ੍ਰਮ ਦੇ ਸਮੇਂ 6 ਸਾਲ ਅਤੇ 8 ਸਾਲ ਦੀਆਂ ਸਨ ਜੀ। ਲੇਕਿਨ ਅਸੀਂ ਉਹਨਾਂ ਨੂੰ ਬੜੇ ਸਤਿਕਾਰ ਨਾਲ ਬਾਬਾ ਦੇ ਵਿਸ਼ੇਸ਼ਣ ਨਾਲ ਨਵਾਜਦੇ ਹਾਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਿਉਂਕਿ ਉਹਨਾਂ ਦੇ ਜਿਹੜੇ ਕਾਰਨਾਮੇ ਨੇ ਬੜੇ ਵੱਡੇ ਸੀਗੇ ਜੀ। ਉਹਨਾਂ ਦਾ ਜੋ ਮਹਾਨਤਾ ਵਾਲਾ ਕਿਰਦਾਰ ਹੈ ਉਸ ਨੇ ਉਹਨਾਂ ਨੂੰ ਬਾਬੇ ਵਾਲਾ ਰੁਤਬਾ ਦਿੱਤਾ ਜੀ। ਇਸ ਸਾਕਾ ਸਰਹੰਦ ਦੀ ਜਿਹੜੀ ਸ਼ੁਰੂਆਤ ਹੈ ਅੱਜ 24 ਦਸੰਬਰ ਮੁਤਾਬਕ ਜਿਹੜਾ ਹੈ ਉਹ 10 ਪੋਹ ਦਾ ਦਿਹਾੜਾ ਹੈ ਜੀ। ਤੋ 24 ਦਸੰਬਰ ਵਾਲੇ ਦਿਨ ਜਿਨ੍ਹਾਂ ਦੇ ਕੋਲ ਮਾਤਾ ਗੁਜਰੀ ਜੀ ਤੇ ਦੋਨੋਂ ਛੋਟੇ ਸਾਹਿਬਜ਼ਾਦੇ ਠਹਿਰੇ ਹੋਏ ਸੀ ਪਿੰਡ ਸਹੇੜੀ ਜੀ। ਇਤਿਹਾਸ ਦੇ ਵਿੱਚ ਉਸ ਸ਼ਖਸ ਦਾ ਨਾਮ ਗੰਗੂ ਵਜੋਂ ਜਾਣਿਆ ਜਾਂਦਾ ਹੈ ਜੀ ਕਿ ਉਹਨਾਂ ਦੇ ਘਰ ਵਿਖੇ ਉਹ ਰਹਿ ਰਹੇ ਸਨ। ਉਹਨਾਂ ਨੇ ਉਹਨਾਂ ਨੂੰ ਸ਼ਰਨ ਦਿੱਤੀ ਹੋਈ ਸੀ ਜੀ। ਔਰ ਅੱਜ ਦੇ ਦਿਨ ਉਹ ਗੰਗੂ ਜਿਹੜਾ ਹੈ ਉਹ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਜਿਹੜੀ ਸੂਚਨਾ ਹੈ ਜੀ, ਉਹ ਮਰਿੰਡਾ ਦੇ ਕੋਤਵਾਲ ਨੂੰ ਦੇ ਆਉਂਦਾ ਹੈ, ਜਿਸ ਕਾਰਨ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਜਿਹੜੀ ਹੈ ਗ੍ਰਿਫਤਾਰੀ ਹੁੰਦੀ ਹੈ। ਲੇਕਿਨ ਇਸ ਗ੍ਰਿਫਤਾਰੀ ਤੋਂ ਪਹਿਲਾਂ ਜਿਹੜਾ ਘਟਨਾਕ੍ਰਮ ਵਾਪਰਦਾ ਹੈ ਕਿ 6 ਪੋਹ ਵਾਲੇ ਦਿਨ 10ਵੇਂ ਪਾਤਸ਼ਾਹ ਤੇ ਉਹਨਾਂ ਦੇ ਤਕਰੀਬਨ 1000 ਸਿੰਘ ਵੱਡੇ ਸਾਹਿਬਜ਼ਾਦਿਆਂ ਸਮੇਤ ਮਾਤਾ ਗੁਜਰੀ ਜੀ ਤੇ ਮਾਤਾ ਸੁੰਦਰੀ ਜੀ ਸਮੇਤ ਜਦੋਂ ਸਿਰਸਾ ਨਦੀ ਦੇ ਨੇੜੇ ਪਹੁੰਚਦੇ ਆ ਤੇ ਉਸ ਤੋਂ ਪਹਿਲਾਂ ਲੜਾਈ ਸ਼ੁਰੂ ਹੋ ਜਾਂਦੀ ਹੈ। ਸਿਰਸਾ ਨਦੀ ਦੇ ਪਰਿਵਾਰ ਵਿਛੋੜਾ ਪੈ ਜਾਂਦਾ ਹੈ। ਉਸ ਵਿਛੋੜੇ ਦੇ ਵਿੱਚ ਹੀ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਵੱਖਰੇ ਹੋ ਜਾਂਦੇ ਨੇ ਜੀ। ਬਾਕੀ ਪਰਿਵਾਰ ਵੱਖ-ਵੱਖ ਦਿਸ਼ਾਵਾਂ ਵਿੱਚ ਚਲਾ ਜਾਂਦਾ ਹੈ। ਮਾਤਾ ਸੁੰਦਰੀ ਜੀ ਦਿੱਲੀ ਨੂੰ ਚਲੇ ਜਾਂਦੇ ਆ, 10ਵੇਂ ਪਾਤਸ਼ਾਹ ਤੇ 40 ਸਿੰਘ ਚਮਕੌਰ ਵਾਲੇ ਪਾਸੇ ਆ ਜਾਂਦੇ ਆ ਔਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਆ ਉਹ ਸਿਰਸਾ ਨਦੀ ਪਾਰ ਕਰਕੇ ਕਰੀਮ ਬਖਸ਼ ਨਾਮ ਦਾ ਇੱਕ ਜਿਹੜਾ ਹੈ ਇਸਲਾਮ ਧਰਮ ਨੂੰ ਮੰਨਣ ਵਾਲਾ ਬਜ਼ੁਰਗ ਹੈ ਜੀ, ਕੂਮਾ ਮਾਸ਼ਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤਾਂ ਉਹ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਛੰਨ ਵਿੱਚ ਲੈ ਜਾਂਦਾ ਹੈ, ਆਪਣੀ ਝੁੱਗੀ ਵਿੱਚ ਲੈ ਜਾਂਦਾ ਹੈ। ਪੂਰਾ ਦਿਨ ਜਿਹੜਾ ਹੈ ਉਹ ਉਸ ਝੁੱਗੀ ਦੇ ਵਿੱਚ ਹੀ ਰਹਿੰਦੇ ਹੈ ਕੂਮੇ ਮਾਸ਼ਕੀ ਦੇ ਕੋਲ। ਕੂਮਾ ਮਾਸ਼ਕੀ ਉਹਨਾਂ ਨੂੰ ਉੱਥੇ ਬਹੁਤ ਸੇਵਾ ਕਰਦਾ ਹੈ, ਉਹਨਾਂ ਦਾ ਖਿਆਲ ਰੱਖਦਾ ਹੈ। ਔਰ ਉਸ ਤੋਂ ਬਾਅਦ ਜਦੋਂ ਉਹ 7 ਪੋਹ ਵਾਲੇ ਦਿਨ ਹਨੇਰਾ ਪੈ ਜਾਂਦਾ ਹੈ, ਕਿਉਂਕਿ ਦਿਨ ਵੇਲੇ ਜਿਹੜਾ ਹੈ ਕਿਸੇ ਪਾਸੇ ਨੂੰ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ। ਤੋ ਰਾਤ ਸਮੇਂ ਜਿਹੜਾ ਗੰਗੂ ਹੈ ਉਹ ਮਾਤਾ ਗੁਜਰੀ ਜੀ ਨੂੰ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਸਹੇੜੀ, ਜੋ ਕਿ ਮੋਰਿੰਡੇ ਤੋਂ ਰੋਪੜ ਵਾਲੀ ਸੜਕ ਦੇ ਉੱਤੇ ਪਿੰਡ ਹੈ, ਖੇੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉੱਥੇ ਲੈ ਆਉਂਦਾ ਹੈ। ਗੰਗੂ ਜਿਹੜਾ ਹੈ ਉਹ ਇੱਕ ਸਧਾਰਨ ਸਿੱਖ ਹੈ, ਉਹ ਕੋਈ ਬਹੁਤ ਬਲਕਾਰੀ ਯੋਧਾ ਨਹੀਂ ਹੈ। ਉਹ ਗੁਰੂ ਘਰ ਨਾਲ ਸੰਬੰਧਿਤ ਹੋਣ ਕਰਕੇ
ਔਖੇ ਸਮੇਂ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬਜ਼ਾਦੇ ਨੂੰ ਆਪਣੇ ਘਰ ਤਾਂ ਲੈ ਆਉਂਦਾ ਜੀ, ਲੇਕਿਨ ਉਸ ਵੇਲੇ ਹਕੂਮਤ ਦੀ ਦਹਿਸ਼ਤ, ਹਕੂਮਤ ਦਾ ਡਰ, ਸਹਿਮ ਇੰਨਾ ਜ਼ਿਆਦਾ ਹੈ ਜੀ, ਕਿ ਉਹ 2 ਰਾਤਾਂ ਤੋਂ ਬਾਅਦ ਤੀਸਰੀ ਰਾਤ ਜਿਹੜੀ ਹੈ ਉਹਦੇ ਲਈ ਸੌਣਾ ਬੜਾ ਮੁਸ਼ਕਲ ਹੋ ਜਾਂਦਾ ਹੈ, ਉਹ ਡਰ ਜਾਂਦਾ ਹੈ। ਉਹਦਾ ਕਾਰਨ ਇਹ ਹੁੰਦਾ ਕਿ ਉਸ ਵੇਲੇ ਮੁਗਲ ਹਕੂਮਤ ਨੇ ਆਲੇ ਦੁਆਲੇ ਦੇ ਪਿੰਡਾਂ ਵਿੱਚ, ਇਲਾਕੇ ਵਿੱਚ ਇਹ ਲਗਾਤਾਰ ਢੰਡੋਰਾ ਪਟਵਾਇਆ ਹੋਇਆ ਸੀ ਜੀ, ਕਿ ਜੋ ਮੁਗਲ ਹਕੂਮਤ ਦਾ ਬਾਗੀ ਪਰਿਵਾਰ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਹੈ, ਉਹਨਾਂ ਦੇ ਸਿੰਘ ਨੇ, ਉਹ ਜਿੱਥੇ ਕਿਤੇ ਵੀ ਕੋਈ ਉਹਨਾਂ ਦੀ ਸੂਚਨਾ ਦੇਗਾ ਉਸ ਨੂੰ ਵੱਡੇ ਵੱਡੇ ਇਨਾਮ ਦਿੱਤੇ ਜਾਣਗੇ, ਔਰ ਜੋ ਵੀ ਗੁਰੂ ਘਰ ਦੇ ਸੰਬੰਧੀਆਂ ਨਾਲ ਚੰਗਾ ਵਿਵਹਾਰ ਕਰੇਗਾ, ਉਹਨਾਂ ਨੂੰ ਸ਼ਰਨ ਦੇਵੇਗਾ, ਉਹਨਾਂ ਨੂੰ ਮਿਸਾਲੀ ਸਜ਼ਾਵਾਂ ਵੀ ਦਿੱਤੀਆਂ ਜਾਣਗੀਆਂ। ਸੋ ਇੱਕ ਡਰ ਔਰ ਖੌਫ ਦਾ ਮਾਹੌਲ ਸੀ, ਔਰ ਦੂਜੇ ਪਾਸੇ ਲਾਲਚ ਵਾਲਾ ਵੀ ਮਾਹੌਲ ਸੀ। ਜੀ, ਵੱਡੀ ਗੱਲ ਜੋ ਸਮਝ ਵਿੱਚ ਆਉਂਦੀ ਹੈ ਕਿ ਜਿਹੜਾ ਗੰਗੂ ਹੈ ਉਹ ਬਹੁਤ ਬੁਰੀ ਤਰ੍ਹਾਂ ਦਹਿਲ ਗਿਆ, ਜੀ, ਡਰ ਗਿਆ, ਔਰ ਡਰ ਦੇ ਨਾਲ ਨਾਲ ਲਾਲਚ ਦਾ ਜਿਹੜਾ ਜਜ਼ਬਾ ਹੈ, ਖਿਆਲ ਹੈ, ਉਹ ਵੀ ਭਾਰੂ ਹੋ ਗਿਆ। ਜੀ, ਤੋ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ ਕਿ ਉਹ 9 ਪੋਹ ਦੀ ਰਾਤ ਨੂੰ ਜੀ, ਆਪਣੇ ਘਰੇ ਸੌਂ ਨਹੀਂ ਸਕਿਆ, ਸਾਰੀ ਰਾਤ ਬੇਚੈਨੀ ਦੇ ਵਿੱਚ ਉਸਲਵਾਟੇ ਲੈਂਦਾ ਰਿਹਾ। ਜੀ, 10 ਪੋਹ ਅੱਜ ਵਾਲੇ ਦਿਨ ਉਹ ਜਦੋਂ ਸਵੇਰੇ ਉੱਠਿਆ, ਉਸ ਤੋਂ ਬਾਅਦ ਫਿਰ ਇਸ ਸੰਕਟ ਵਿੱਚੋਂ ਆਪਣੇ ਆਪ ਨੂੰ ਕੱਢਣ ਲਈ ਉਹਨੇ ਮਹਿਸੂਸ ਕੀਤਾ ਕਿ ਮੈਂ ਬੜਾ ਕਸੂਤਾ ਫਸ ਗਿਆ। ਜੀ, ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰ ਸ਼ਰਨ ਦੇ ਦਿੱਤੀ ਹੈ, ਹਕੂਮਤ ਮਗਰ ਪਈ ਹੋਈ ਹੈ ਗੁਰੂ ਸਾਹਿਬ ਦੇ ਪਰਿਵਾਰ ਦੇ, ਤਾਂ ਇਸ ਲਈ ਮੇਰਾ ਬੜਾ ਵੱਡਾ ਖਤਰੇ ਵਾਲਾ ਜਿਹੜਾ ਹੈ ਮਾਹੌਲ ਬਣ ਗਿਆ। ਤੋ ਇਹਦੇ ਵਿੱਚੋਂ ਨਿਕਲਣ ਦੇ ਲਈ ਉਹ ਮੋਰਿੰਡੇ ਦੇ ਕੋਤਵਾਲ ਕੋਲ ਚਲਾ ਗਿਆ, ਔਰ ਉਸਨੇ ਜਾ ਕੇ ਮੁਖਬਰੀ ਕਰ ਦਿੱਤੀ, ਸੂਚਨਾ ਦੇ ਦਿੱਤੀ ਕਿ ਮਾਤਾ ਜੀ ਗੁਜਰੀ ਜੀ ਔਰ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹ ਮੇਰੇ ਕੋਲ ਨੇ। ਤੋ ਸੂਚਨਾ ਮਿਲਦਿਆਂ ਹੀ ਜਿਹੜਾ ਕੋਤਵਾਲ ਆ ਉਹ ਆਪਣੀ ਫੌਜ ਲੈ ਕੇ, ਸੈਨਾ ਲੈ ਕੇ ਪਹੁੰਚਿਆ, ਔਰ ਉਸਨੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰ ਲਿਆ। ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹ ਜਿਹੜੀ ਮੋਰਿੰਡੇ ਦੀ ਕੋਤਵਾਲੀ ਹੈ ਉੱਥੇ ਕੁਝ ਸਮਾਂ ਉਸਨੇ ਉਹਨੂੰ ਰੱਖਿਆ, ਤਿੰਨਾਂ ਨੂੰ। ਉਸ ਤੋਂ ਬਾਅਦ ਉਸ ਵੇਲੇ ਦੇ ਜਿਹੜੇ ਸਾਧਨ ਸੀ ਆਵਾਜਾਈ ਦੇ, ਗੱਡਿਆਂ ਦੇ ਉੱਤੇ ਤੋਰ ਕੇ ਜਾਂ ਬਿਠਾ ਕੇ ਉਹਨਾਂ ਨੂੰ ਉਹ ਸਰਹਿੰਦ ਲੈ ਆਇਆ ਅੱਜ ਦੇ ਦਿਨ। ਜੀ, ਤੋ ਇਹ ਇਸ ਤਰ੍ਹਾਂ ਅੱਜ ਦੇ ਦਿਨ ਇਹ ਘਟਨਾਕ੍ਰਮ ਵਾਪਰਿਆ। ਅਗਲੇ 3 ਦਿਨਾਂ ਦਾ ਜਿਹੜਾ ਬਿਰਤਾਂਤ ਹੈ ਉਹ ਇਸ ਤੋਂ ਅੱਗੇ ਵਾਪਰਦਾ। ਉਹ ਬਿਰਤਾਂਤ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਉਹਨਾਂ ਨੂੰ ਸਰਹੰਦ ਲਿਆਇਆ ਜਾਂਦਾ ਹੈ, ਅਤੇ ਜਦੋਂ ਸਰਹੰਦ ਆਉਂਦੇ ਨੇ ਫਿਰ ਉਹਨਾਂ 'ਤੇ ਜੋ ਉਹਨਾਂ ਦੀ ਪੇਸ਼ੀ ਜਿਹੜੀ ਹੁੰਦੀ ਹੈ ਉਸ ਦਾ ਕੀ ਵੇਰਵਾ ਹੈ? ਅੱਜ ਦੇ ਦਿਨ ਜਦੋਂ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਦਾ ਕੋਤਵਾਲ ਲੈ ਆਉਂਦਾ ਹੈ, ਔਰ ਉਹਨਾਂ ਨੂੰ ਉਹ ਵਜ਼ੀਰ ਖਾਂ ਦੇ ਹਵਾਲੇ ਕਰ ਦਿੰਦਾ ਹੈ। ਹਾਂਜੀ, ਔਰ ਵਜ਼ੀਰ ਖਾਂ ਜਿਹੜਾ ਹੈ ਇਹਨਾਂ ਦਿਨਾਂ ਦੇ ਵਿੱਚ ਚਮਕੌਰ ਦੀ ਜੰਗ ਤੋਂ ਮੁੜਿਆ ਹੁੰਦਾ ਹੈ, ਔਰ ਚਮਕੌਰ ਦੀ ਜੰਗ ਦੀ ਜਿਹੜੀ ਨਮੋਸ਼ੀ ਹੈ ਉਹ ਉਹਦੇ ਤਾਰੀ ਹੁੰਦੀ ਹੈ। ਉਹ ਨੱਕ ਜਿਹੜਾ ਇੱਕ ਤਰ੍ਹਾਂ ਦਾ ਉਹਦਾ ਵੱਢਿਆ ਗਿਆ ਹੁੰਦਾ ਹੈ, ਨਮੋਸ਼ੀ ਦਾ ਮਾਰਿਆ, ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਹੁੰਦਾ। ਪਰ ਜਦੋਂ ਹੀ ਉਹਨੂੰ ਖਬਰ ਮਿਲਦੀ ਹੈ ਕਿ ਮੈਂ ਗੁਰੂ ਮਾਤਾ ਨੂੰ ਗ੍ਰਿਫਤਾਰ ਕਰ ਲਿਆ, ਛੋਟੇ ਸਾਹਿਬਜ਼ਾਦਿਆਂ ਨੂੰ, ਦਸਮ ਪਾਤਸ਼ਾਹ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਿਆ, ਤਾਂ ਇੱਕ ਤਰ੍ਹਾਂ ਨਾਲ ਉਹਦੀਆਂ ਵਾਛਾਂ ਖਿੜ ਜਾਂਦੀਆਂ ਨੇ ਕਿ ਕੁਛ ਨਾ ਕੁਛ ਤਾਂ ਪ੍ਰਾਪਤ ਹੋਇਆ। ਤਾਂ ਫਿਰ ਉਹ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਬਜਾਏ ਜੋ ਰਵਾਇਤੀ ਜੋ ਕੈਦਖਾਨਾ ਸੀ ਜਾਂ ਜੇਲ੍ਹ ਸੀ ਉੱਥੇ ਉਹਨਾਂ ਨੂੰ ਰੱਖਣ ਦੀ ਥਾਂ 'ਤੇ ਉਹ ਬਿਲਕੁਲ ਉਸ ਜੇਲ੍ਹ ਤੇ ਹਵਾਲਾਤ ਦੇ ਬਿਲਕੁਲ ਨਾਲ ਕਿਲੇ ਦੇ ਵਿੱਚ ਜਿਹੜਾ ਠੰਡਾ ਬੁਰਜ ਸੀ, ਉਹ ਠੰਡਾ ਬੁਰਜ ਮੰਨਿਆ ਜਾਂਦਾ ਕਿ ਲਗਭਗ 140 ਫੁੱਟ ਉੱਚਾ ਸੀ ਉਸ ਸਮੇਂ। ਤਾਂ ਉਸ ਠੰਡੇ ਬੁਰਜ ਦੇ ਵਿੱਚ ਜਾਣ ਬੁੱਝ ਕੇ ਬਜ਼ੁਰਗ ਮਾਤਾ ਨੂੰ ਔਰ ਮਾਸੂਮ ਬਾਲਾ ਨੂੰ ਤਸੀਹੇ ਦੇਣ ਦੇ ਲਈ, ਉਹਨਾਂ ਦੇ ਉੱਤੇ ਇੱਕ ਪ੍ਰਕਾਰ ਦਾ ਤਸ਼ੱਦਦ ਢਾਉਣ ਦੇ ਲਈ ਉਹਨਾਂ ਨੂੰ ਉਸ ਠੰਡੇ ਬੁਰਜ ਦੇ ਉੱਪਰ ਕੈਦ ਕਰ ਦਿੱਤਾ। ਉੱਪਰ ਜਿਹੜੀ ਬੁਰਜ ਦੇ ਉੱਤੇ ਖੁੱਲੀ ਥਾਂ ਸੀ ਉੱਥੇ ਉਹਨਾਂ ਨੂੰ ਕੈਦ ਕੀਤਾ ਗਿਆ, ਤਾਂ ਕਿ ਉਹਦੀਆਂ ਜਿਹੜੀਆਂ ਠੰਡੀਆਂ ਕਕਰੀਲੀਆਂ ਰਾਤਾਂ ਨੇ ਉਹਦੇ ਵਿੱਚ ਉਹਨਾਂ ਲਈ ਉੱਥੇ ਠੰਡ ਦੇ ਵਿੱਚ ਸਮਾਂ ਗੁਜ਼ਾਰਨਾ ਔਖਾ ਹੋ ਜਾਏ, ਔਰ ਉਹ ਬੇਜ਼ਾਰ ਹੋ ਕੇ, ਦੁਖੀ ਹੋ ਕੇ ਉਹ ਕਿਸੇ ਨਾ ਕਿਸੇ ਢੰਗ ਨਾਲ ਮੇਰੀ ਈਨ ਮੰਨ ਲੈਣ। ਤੋ ਇਸ ਮਕਸਦ ਦੇ ਨਾਲ ਉਹਨਾਂ ਨੇ, ਇਸ ਤੋਂ ਪਹਿਲਾਂ ਵੀ ਇੱਕ ਹੋਰ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਆਮ ਇਹ ਧਾਰਨਾ ਪਾਈ ਜਾਂਦੀ ਹੈ ਕਿ ਮਾਤਾ ਗੁਜਰੀ ਜੀ ਦੇ ਕੋਲ ਗੁਰੂ ਘਰ ਦਾ ਕੋਈ ਖਜ਼ਾਨਾ ਸੀ। ਇਹ ਧਾਰਨਾ ਜਿਹੜੀ ਬਿਲਕੁਲ ਨਿਰਮੂਲ ਹੈ, ਕਿਉਂਕਿ ਸਿੱਖ ਇਤਿਹਾਸ ਦੱਸਦਾ ਕਿ ਗੁਰੂ ਸਾਹਿਬ ਨੇ 6 ਪੋਹ ਨੂੰ ਰਾਤ ਨੂੰ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ, ਉਸ ਤੋਂ ਪਹਿਲਾਂ ਦਿਨ ਵੇਲੇ ਗੁਰੂ ਘਰ ਦਾ ਸਾਰਾ ਖਜ਼ਾਨਾ ਜਿਹੜਾ ਹੈ ਬੜੀ ਬੇਲਾਗਤਾ ਨਾਲ, ਬੜੀ ਬੇਨਿਆਜੀ ਨਾਲ ਫਕੀਰੀ ਦੇ ਆਲਮ ਵਿੱਚ ਸਤਲੁਜ ਦਰਿਆ ਨੂੰ ਭੇਟ ਕਰ ਦਿੱਤਾ ਸੀ। ਔਰ ਮਾਤਾ ਗੁਜਰੀ ਜੀ ਕੋਲ ਕਿਸੇ ਪ੍ਰਕਾਰ ਦਾ ਕੋਈ ਖਜ਼ਾਨਾ ਨਹੀਂ ਸੀ। ਤੋ ਇਸ ਪੱਖੋਂ
ਇਹ ਪੇਸ਼ ਕਰਨਾ ਕਿ ਉਸ ਗੁਰੂ ਘਰ ਦੇ ਖਜ਼ਾਨੇ ਕਰਕੇ ਗੰਗੂ ਦਾ ਮਨ ਡੋਲ ਗਿਆ, ਇਹ ਗੱਲ ਨਹੀਂ ਸੀ। ਅਸਲ ਗੱਲ ਜਿਹੜੀ ਸੀ ਕਿ ਉਹ ਦਹਿਲ ਗਿਆ ਸੀ, ਡਰ ਗਿਆ ਸੀ, ਔਰ ਨਾਲ ਦੀ ਨਾਲ ਹਕੂਮਤ ਵੱਲੋਂ ਵੀ ਇਨਾਮ ਦਾ ਜਿਹੜਾ ਹੈ ਉਹ ਐਲਾਨ ਕੀਤਾ ਜਾ ਰਿਹਾ ਸੀ ਵੀ ਜੋ ਕੋਈ ਵੀ ਗੁਰੂ ਦੇ ਪਰਿਵਾਰ ਬਾਰੇ ਸੂਚਨਾ ਦੇਗਾ ਉਸ ਨੂੰ ਜਿਹੜੀ ਹਕੂਮਤ ਹੈ ਉਹ ਇਨਾਮ ਦੇਗੀ। ਉਹ ਇਨਾਮ ਦਾ ਲਾਲਚ ਉਸ ਨੂੰ ਜ਼ਰੂਰ ਹੋਇਆ, ਪਰ ਗੁਰੂ ਘਰ ਦਾ ਖਜ਼ਾਨਾ ਕੋਈ ਨਹੀਂ ਸੀ। ਹੁਣ ਆਪਾਂ ਲੜੀ ਜੋੜਨ ਲਈ ਦੁਬਾਰਾ ਆਈਏ ਸਰਹੰਦ ਦੀ ਧਰਤੀ ਤੇ ਕਿ ਕਿਵੇਂ ਫਿਰ ਜਦੋਂ 3 ਰਾਤਾਂ ਲਗਾਤਾਰ ਜਿਹੜੇ ਸਾਹਿਬਜ਼ਾਦੇ ਨੇ ਉਹ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਦੇ ਨਾਲ ਕੈਦ ਰਹੇ 10 ਪੋਹ ਦੀ ਰਾਤ ਨੂੰ ਔਰ 11 ਪੋਹ ਦੀ ਰਾਤ ਨੂੰ, ਔਰ ਉਸ ਤੋਂ ਬਾਅਦ 12 ਪੋਹ ਦੀ ਰਾਤ ਨੂੰ। ਇਸ ਦੌਰਾਨ 3 ਰਾਤਾਂ ਦੇ ਦੌਰਾਨ ਰਾਤ ਦੇ ਹਨੇਰੇ ਵਿੱਚ ਅਹਲਕਾਰਾਂ ਤੋਂ ਬਚਦਿਆਂ ਬਚਾਉਂਦਿਆਂ ਔਰ ਉਹਨਾਂ ਨੂੰ ਰਿਸ਼ਵਤ ਵਗੈਰਾ ਦੇ ਕੇ, ਆਪਣੀ ਘਰਵਾਲੀ ਦੇ ਗਹਿਣੇ ਦੇ ਕੇ, ਹੋਰ ਪੈਸੇ ਦੇ ਕੇ ਬਾਬਾ ਮੋਤੀ ਰਾਮ ਜੀ ਨੇ ਕਿਸੇ ਨਾ ਕਿਸੇ ਢੰਗ ਨਾਲ ਉਹ ਠੰਡੇ ਬੁਰਜ ਦੇ ਉੱਪਰ ਪਹੁੰਚ ਕੇ ਮਾਤਾ ਗੁਜਰੀ ਜੀ ਦੀ ਔਰ ਛੋਟੇ ਸਾਹਿਬਜ਼ਾਦਿਆਂ ਦੀ ਬਹੁਤ ਸੇਵਾ ਕੀਤੀ। ਉਹਨਾਂ ਨੂੰ ਦੁੱਧ ਪਿਆਇਆ, ਉਹਨਾਂ ਦੇ ਲਈ ਆਪਣੇ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਲਿਆਇਆ। ਇਹ ਉਹਦੀ ਸੇਵਾ ਬੜੀ ਬੇਕਮਾਲ ਸੀ, ਕਿਉਂਕਿ ਮਾਤਾ ਗੁਜਰੀ ਜੀ ਨੇ ਔਰ ਛੋਟੇ ਸਾਹਿਬਜ਼ਾਦਿਆਂ ਨੇ ਉਹ ਜੇਲ੍ਹ ਦੇ ਵਿੱਚ ਜਿਹੜਾ ਤਿਆਰ ਪ੍ਰਸ਼ਾਦਾ ਹੈ ਉਸ ਨੂੰ ਛਕਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਇਲਾਵਾ ਇਹ ਵੀ ਇਤਿਹਾਸਕ ਹਵਾਲਾ ਮਿਲਦਾ ਹੈ ਕਿ ਜਿਹੜੇ ਬਾਬਾ ਮੋਤੀ ਰਾਮ ਜੀ ਸੀਗੇ ਉਹ ਉਸ ਵੇਲੇ ਜਿਹੜਾ ਜੇਲ੍ਹ ਬਣਾਈ ਹੋਈ ਸੀ ਵਜ਼ੀਰ ਖਾਨੇ ਕਿਲੇ ਦੇ ਅੰਦਰ, ਕੈਦਖਾਨਾ ਸੀ, ਹਵਾਲਾਤ ਸੀ, ਉਹਨਾਂ ਕੈਦੀਆਂ ਨੂੰ, ਉਹਨਾਂ ਦੇ ਵਿੱਚ ਹਿੰਦੂ ਜਿਹੜੇ ਕੈਦੀ ਹੁੰਦੇ ਸੀ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਜ਼ਿੰਮੇਵਾਰੀ ਮੋਤੀ ਰਾਮ ਜੀ ਦੀ ਸੀਗੀ। ਲੇਕਿਨ ਕਿਉਂਕਿ ਮਾਤਾ ਗੁਜਰੀ ਜੀ ਨੇ ਔਰ ਛੋਟੇ ਸਾਹਿਬਜ਼ਾਦਿਆਂ ਨੇ ਉਹ ਜੇਲ੍ਹ ਦਾ ਪ੍ਰਸ਼ਾਦਾ ਛਕਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਰਕੇ ਬਾਬਾ ਮੋਤੀ ਰਾਮ ਜੀ, ਕਿਉਂਕਿ ਗੁਰੂ ਘਰ ਦੇ ਬੜੇ ਪ੍ਰੇਮੀ ਸਨ, ਸ਼ਰਧਾਲੂ ਸਨ, ਬਾਬਾ ਮੋਤੀ ਰਾਮ ਜੀ ਸਿੱਖ ਇਤਿਹਾਸ ਦੇ ਉਹ ਸ਼ਖਸ ਨੇ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਉਹਨਾਂ ਨੇ ਜਦੋਂ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਕੈਦ ਸਨ ਤਾਂ ਉਹਨਾਂ 3 ਰਾਤਾਂ ਦੇ ਦੌਰਾਨ ਉਹਨਾਂ ਨੇ ਆਪਣੀ ਜਾਨ ਦੇ ਉੱਤੇ ਖੇਡ ਕੇ, ਕਿਉਂਕਿ ਜੇਕਰ ਹਕੂਮਤ ਨੂੰ ਪਤਾ ਲੱਗ ਜਾਂਦਾ ਕਿ ਬਾਬਾ ਮੋਤੀ ਰਾਮ ਜੀ ਉਹਨਾਂ ਦੀ ਕਿਸੇ ਵੀ ਢੰਗ ਨਾਲ ਮਦਦ ਕਰ ਰਹੇ ਹੈ, ਸੇਵਾ ਕਰ ਰਹੇ ਹੈ, ਦੁੱਧ ਪਿਆ ਰਹੇ ਹੈ ਜਾਂ ਪ੍ਰਸ਼ਾਦਾ ਪਾਣੀ ਛਕਾ ਰਹੇ ਹੈ, ਤਾਂ ਉਹਨਾਂ ਦੀ ਜਾਨ ਦੀ ਖੈਰ ਨਹੀਂ ਸੀ। ਤਾਂ ਇਸ ਤਰ੍ਹਾਂ ਜਾਨ ਦੇ ਉੱਤੇ ਖੇਡ ਕੇ ਬਾਬਾ ਮੋਤੀ ਰਾਮ ਜੀ ਨੇ 3 ਰਾਤਾਂ ਲਗਾਤਾਰ ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਜੀ ਨੂੰ ਦੁੱਧ, ਆਪਣੇ ਘਰ ਦਾ ਪ੍ਰਸ਼ਾਦਾ ਜਿਹੜਾ ਹੈ ਤਿਆਰ ਕਰਕੇ ਉਹਨਾਂ ਦੀ ਪਤਨੀ ਦੁਆਰਾ ਜੋ ਤਿਆਰ ਕੀਤਾ ਗਿਆ ਉਹ ਛਕਾਇਆ। ਔਰ ਇਹ ਸੇਵਾ ਜਿਹੜੀ ਹੈ ਸਿੱਖ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖੀ ਹੋਈ ਹੈ ਕਿ ਕਿਸ ਢੰਗ ਨਾਲ ਬਾਬਾ ਮੋਤੀ ਰਾਮ ਜੀ ਨੇ ਇਹ ਘੋਰ ਸੰਕਟ ਦੇ ਸਮੇਂ ਗੁਰੂ ਪਰਿਵਾਰ ਨਾਲ ਆਪਣੀ ਵਫਾਦਾਰੀ ਨਿਭਾਈ। ਉਹ ਪੀਰ ਮਰੀਦਾਂ ਪਿਰਹੜੀ ਦੀ ਜਿਹੜੀ ਇੱਕ ਪਰੰਪਰਾ ਹੈ ਗੌਰਵਸ਼ਾਲੀ, ਉਸ ਨੂੰ ਅੱਗੇ ਤੋਰਿਆ। ਇਹ ਪੀਰ ਮੁਰੀਦਾਂ ਦੀ ਜਿਹੜੀ ਪਿਰਹੜੀ ਹੈ, ਇਸ ਦੀ ਗੌਰਵ ਗਾਥਾ ਪਹਿਲਾਂ ਭਾਈ ਲੱਖੀ ਸ਼ਾਹ ਵਣਜਾਰਾ ਔਰ ਭਾਈ ਜੈਤਾ ਜੀ ਨੇ ਵੀ ਲਿਖੀ ਸੀ, ਜਦੋਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਔਰ ਉਹਨਾਂ ਦਾ ਜਿਹੜਾ ਧਾੜਾ ਹੈ ਉਹ ਸਾਂਭਿਆ ਸੀ। ਤਾਂ ਉਸੇ ਕਤਾਰ ਦੇ ਵਿੱਚ ਬਾਬਾ ਮੋਤੀ ਰਾਮ ਜੀ ਦਾ ਸਿੱਖ ਇਤਿਹਾਸ ਦੇ ਵਿੱਚ ਬੜਾ ਵੱਡਾ ਨਾਮ ਹੈ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਹੁੰਦੀ ਹੈ ਤੇ ਵਜ਼ੀਰ ਖਾਨ ਜੋ ਹੈ ਛੋਟੇ ਸਾਹਿਬਜ਼ਾਦਿਆਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਹੈ, ਕਿਸ ਤਰ੍ਹਾਂ ਜੋ ਆਪਣੀ ਧਾਰਮਿਕ ਸਾਡੇ ਲਿਖੇ ਹੋਏ ਨੇ ਉਹਦੇ, ਉਹ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਸਹਾਰਾ ਲੈਂਦਾ ਹੈ। ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਅੱਜ ਦੇ ਦਿਨ 10 ਪੋਹ ਵਾਲੇ ਦਿਨ 24 ਦਸੰਬਰ ਨੂੰ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਲੈ ਆਂਦਾ ਗਿਆ ਸੀ। ਉਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਜੀ ਨੂੰ ਕੈਦ ਕਰ ਦਿੱਤਾ ਗਿਆ ਠੰਡੇ ਬੁਰਜ ਦੇ ਵਿੱਚ। ਸਵੇਰ ਵੇਲੇ 11 ਪੋਹ ਨੂੰ 25 ਦਸੰਬਰ ਵਾਲੇ ਦਿਨ ਪਹਿਲੀ ਪੁੱਛੀ ਜਿਹੜੀ ਹੈ ਉਹ ਸੂਬੇ ਦੀ ਕਚਹਿਰੀ ਵਿੱਚ ਹੁੰਦੀ ਹੈ ਔਰ ਉਸ ਕਚਹਿਰੀ ਦੇ ਵਿੱਚ ਸੂਬਾ ਜਿਹੜਾ ਹੈ ਉਹ ਬੜੇ ਸਾਜ਼ਿਸ਼ੀ ਢੰਗ ਨਾਲ ਸਾਹਿਬਜ਼ਾਦਿਆਂ ਨੂੰ ਫੁਸਲਾਉਣ ਦਾ, ਵਰਗਲਾਉਣ ਦਾ, ਡਰਾਉਣ ਦਾ ਯਤਨ ਕਰਦਾ ਹੈ। ਸਾਰਿਆਂ ਤੋਂ ਪਹਿਲਾਂ ਤਾਂ ਉਹ ਇਹ ਸੂਚਨਾ ਦਿੰਦਾ ਹੈ ਕਿ ਤੁਹਾਡੇ ਵੱਡੇ ਜਿਹੜੇ ਭਰਾ ਨੇ ਉਹ ਚਮਕੌਰ ਦੀ ਗੜੀ ਵਿੱਚ ਮਾਰੇ ਗਏ ਹੈ। ਇਹ ਸੂਚਨਾ ਦੇਣ ਦਾ ਮਕਸਦ ਸੂਬੇ ਦਾ ਇਹ ਸੀ ਕਿ ਸਾਹਿਬਜ਼ਾਦੇ ਡਰ ਜਾਣਗੇ, ਲੇਕਿਨ ਉਹ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਸਨ। ਨਿਰਭੈਤਾ ਉਹਨਾਂ ਦੀ ਸ਼ਖਸੀਅਤ ਦਾ ਬੜਾ ਮੀਰੀ ਗੁਣ ਸੀ। ਔਰ ਉਸ ਤੋਂ ਬਾਅਦ ਉਸਨੇ ਇਹ ਝੂਠੀ ਸੂਚਨਾ ਵੀ ਦਿੱਤੀ ਕਿ ਤੁਹਾਡੇ ਪਿਤਾ ਜੀ ਜਿਹੜੇ ਹੈ ਉਹਨਾਂ ਨੂੰ ਵੀ ਹਕੂਮਤ ਨੇ ਗ੍ਰਿਫਤਾਰ ਕਰ ਲਿਆ। ਤਾਂ ਤੁਹਾਡੀ ਭਲਾਈ ਇਸੇ ਗੱਲ ਵਿੱਚ ਹੈ ਕਿ ਤੁਸੀਂ ਸਾਡੀ ਈਨ ਮੰਨ ਲਵੋ
ਜੀ ਇਸਲਾਮ ਧਰਮ ਕਬੂਲ ਕਰ ਲਵੋ ਜੀ ਤੇ ਦੁਨੀਆ ਦੀ ਹਰ ਨਿਅਮਤ ਜਿਹੜੀ ਹੈ ਉਹ ਤੁਹਾਨੂੰ ਦਿੱਤੀ ਜਾਏਗੀ, ਪੂਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ, ਸ਼ਹਿਜ਼ਾਦੀਆਂ ਨਾਲ ਤੁਹਾਡੇ ਵਿਆਹ ਕੀਤੇ ਜਾਣਗੇ। ਹਰ ਹਰਬਾ ਜਿਹੜਾ ਹੈ ਉਹ ਵਜ਼ੀਰ ਖਾਨ ਦੁਆਰਾ ਵਰਤਿਆ ਗਿਆ, ਡਰਾਇਆ ਗਿਆ, ਵਰਗਲਾਇਆ ਗਿਆ, ਜਰਕਾਇਆ ਵੀ ਗਿਆ। ਲੇਕਿਨ ਜਦੋਂ ਵਜ਼ੀਰ ਖਾਨ ਨੇ ਇਹ ਦੇਖਿਆ ਵੀ ਕੋਈ ਵੀ ਹੀਲਾ ਵਸੀਲਾ ਜਿਹੜਾ ਹੈ ਉਹ ਸਾਹਿਬਜ਼ਾਦਿਆਂ ਦੇ ਉੱਤੇ ਅਸਰਅੰਦਾਜ਼ ਨਹੀਂ ਹੋ ਰਿਹਾ ਜੀ, ਤਾਂ ਫਿਰ ਉਸਨੇ ਸਭਾ ਬਰਖਾਸਤ ਕਰ ਦਿੱਤੀ ਜੀ ਕਿ ਅਗਲੇ ਰੋਜ਼ ਫਿਰ ਜੀ ਉਹਨਾਂ ਨੂੰ ਕਚਹਿਰੀ ਵਿੱਚ ਪੇਸ਼ ਕਰਨ ਦਾ ਹੁਕਮ ਚਾੜ ਕੇ ਤੇ ਉਹਨਾਂ ਨੇ ਦੁਬਾਰਾ ਜਿਹੜੇ ਅਹਿਲਕਾਰ ਨੇ, ਜਿਹੜੇ ਸੈਨਿਕ ਨੇ, ਉਹ ਸਾਹਿਬਜ਼ਾਦਿਆਂ ਨੂੰ ਉਹ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਦੇ ਪਾਸ ਲੈ ਜਾਂਦੇ ਨੇ। ਸੋ ਇਹ ਪਹਿਲੇ ਦਿਨ ਦੀ ਜਿਹੜੀ ਪੇਸ਼ੀ ਹੈ ਉਹਦੇ ਵਿੱਚ ਜਿਹੜਾ ਵਜ਼ੀਰ ਖਾਂ ਹੈ ਉਹ ਹਰ ਹੀਲਾ ਵਰਤਣ ਦਾ ਯਤਨ ਕਰਦਾ ਹੈ ਕਿ ਕਿਸੇ ਵੀ ਢੰਗ ਨਾਲ ਉਹ ਗੁਰੂ ਦੇ ਲਾਲਾਂ ਨੂੰ ਝੁਕਾ ਸਕੇ। ਲੇਕਿਨ ਜਦੋਂ ਉਹ ਝੁਕਾਉਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਫਿਰ ਉਹ ਇਹ ਸੋਚ ਕੇ ਕਿ ਸ਼ਾਇਦ ਕੱਲ੍ਹ ਤੱਕ ਇਹ ਦੁਬਾਰਾ ਜਦੋਂ ਮੇਰੀ ਕਚਹਿਰੀ ਵਿੱਚ ਆਉਣਗੇ ਤਾਂ ਉਹ ਬੁਰਜ ਦੇ ਵਿੱਚ, ਠੰਡੇ ਬੁਰਜ ਦੇ ਵਿੱਚ ਵੀ ਤਸੀਹੇ ਦੇਣ ਦਾ ਜਿਹੜਾ ਸਿਲਸਿਲਾ ਹੈ ਮਾਤਾ ਗੁਜਰੀ ਜੀ ਨੂੰ ਔਰ ਸਾਹਿਬਜ਼ਾਦਿਆਂ ਨੂੰ ਉਹ ਦਿੱਤਾ ਜਾ ਰਿਹਾ ਸੀ। ਤਾਂ ਉਸ ਦੇ ਮੱਦੇਨਜ਼ਰ ਉਸ ਦਾ ਖਿਆਲ ਸੀ ਕਿ ਕੱਲ੍ਹ ਤੱਕ ਸ਼ਾਇਦ ਇਹ ਮੇਰੇ ਵਰਗਲਾਵੇ ਵਿੱਚ ਆ ਜਾਣਗੇ ਜਾਂ ਡਰ ਜਾਣਗੇ ਜਾਂ ਦਹਿਲ ਜਾਣਗੇ ਤੇ ਮੈਨੂੰ ਕਾਮਯਾਬੀ ਮਿਲ ਜਾਏਗੀ। ਤਾਂ ਫਿਰ ਉਸ ਨੇ ਦੁਬਾਰਾ ਕੱਲ੍ਹ ਨੂੰ ਪੇਸ਼ੀ ਦਾ ਹੁਕਮ ਚਾੜ ਕੇ ਸਭਾ ਬਰਖਾਸਤ ਕਰ ਦਿੱਤੀ ਸੀ। ਤੇ ਜਦੋਂ ਸਾਹਿਬਜ਼ਾਦਿਆਂ ਦੇ ਇਹ ਪੇਸ਼ੀਆਂ ਚੱਲਦੀਆਂ ਨੇ ਉਦੋਂ ਸੁੱਚਾ ਨੰਦ ਦਾ ਕੀ ਰੋਲ ਸੀ ਕਿ ਉਹ ਕਿਸ ਤਰ੍ਹਾਂ ਵਜ਼ੀਰ ਖਾਨ ਨੂੰ ਭੜਕਾਉਂਦਾ ਹੈ? ਇਹ ਦੂਸਰੇ ਦਿਨ ਜਦੋਂ 12 ਪੋਹ ਵਾਲੇ ਦਿਨ ਪੇਸ਼ੀ ਹੁੰਦੀ ਹੈ, ਉਸ ਦਿਨ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਹੜਾ ਵਜ਼ੀਰ ਖਾਂ ਹੈ, ਕਿਉਂਕਿ ਉਹਦੇ ਦਰਬਾਰ ਵਿੱਚ ਨਵਾਬ ਮਲੇਰਕੋਟਲਾ ਜਿਹੜਾ ਹੈ ਉਹ ਵੀ ਹਾਜ਼ਰ ਸਨ ਤੇ ਉਹ ਨਵਾਬ ਮਲੇਰਕੋਟਲਾ ਨੂੰ ਸ਼ੇਰ ਮੁਹੰਮਦ ਖਾਨ ਉਹਨਾਂ ਦਾ ਨਾਂ ਸੀ। ਵਜ਼ੀਰ ਖਾਂ ਇਹ ਪੇਸ਼ਕਸ਼ ਕਰਦਾ ਹੈ ਕਿਉਂਕਿ ਚਮਕੌਰ ਦੀ ਜੰਗ ਵਿੱਚ ਉਹਦਾ ਜਿਹੜਾ ਭਰਾ ਹੈ ਨਾਹਰ ਖਾਂ, ਉਹ ਸਤਿਗੁਰਾਂ ਦੇ ਤੀਰ ਦਾ ਸ਼ਿਕਾਰ ਹੋ ਗਿਆ ਸੀ। ਤਾਂ ਉਸਨੂੰ ਇਹ ਇੱਕ ਵਧੀਆ ਤਰੀਕਾ ਲੱਗਦਾ ਹੈ ਕਿ ਉਹ ਨਵਾਬ ਮਲੇਰਕੋਟਲਾ ਨੂੰ ਪੇਸ਼ਕਸ਼ ਕਰਦਾ ਹੈ ਕਿ ਹੁਣ ਬਹੁਤ ਵਧੀਆ ਮੌਕਾ ਹੈ ਕਿ ਤੂੰ ਇਹ ਗੁਰੂ ਦੇ ਲਾਲਾਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕਦਾ ਹੈ। ਲੇਕਿਨ ਜਿਹੜਾ ਨਵਾਬ ਮਲੇਰਕੋਟਲਾ ਹੈ, ਸ਼ੇਰ ਮੁਹੰਮਦ ਖਾਂ, ਉਹ ਜਿੰਦਾ ਦਿਲ ਇਨਸਾਨ ਸੀ। ਉਹ ਇਸ ਗੱਲ ਤੋਂ ਮੁਨਕਰ ਹੋ ਜਾਂਦਾ ਹੈ, ਇਨਕਾਰੀ ਹੋ ਜਾਂਦਾ ਹੈ ਕਿ ਨਹੀਂ, ਮੈਂ ਜੇ ਮੇਰੀ ਦੁਸ਼ਮਣੀ ਇਹਨਾਂ ਦੇ ਪਿਓ ਨਾਲ ਹੈ ਜਾਂ ਇਹਨਾਂ ਦੇ ਪਿਓ ਨੇ ਮੇਰੇ ਭਰਾ ਨੂੰ ਮਾਰਿਆ ਤਾਂ ਮੈਂ ਇਹਨਾਂ ਮਾਸੂਮਾਂ ਨੂੰ ਮਾਰ ਕੇ ਕੋਈ ਇਸਲਾਮ ਵਿਰੋਧੀ ਕੰਮ ਕਰਨ ਲਈ ਤਿਆਰ ਨਹੀਂ ਹੈ। ਤਾਂ ਉਹ ਇਨਕਾਰ ਕਰ ਦਿੰਦਾ ਹੈ। ਠੀਕ ਹੈ। ਤੋ ਵਜ਼ੀਰ ਖਾਂ ਕੋਸ਼ਿਸ਼ ਕਰਦਾ ਹੈ ਕਿ ਕਿਸੇ ਵੀ ਤਰੀਕੇ ਨਾਲ ਉਹ ਇਹ ਗੁਰੂ ਦੇ ਲਾਲਾਂ ਨੂੰ ਜਿਹੜਾ ਹੈ ਮਾਰ ਮੁਕਾਉਣ ਦਾ ਕੰਮ ਕਰ ਸਕੇ ਔਰ ਉਹਦੇ ਉੱਤੇ ਕਿਸੇ ਪ੍ਰਕਾਰ ਦੇ ਦੋਸ਼ ਦਾ ਬੋਝ ਵੀ ਨਾ ਆਵੇ। ਇਸੇ ਕਰਕੇ ਉਹ ਕਾਜੀ ਦੇ ਰਾਹੀਂ ਹੀ ਇਹ ਸਾਰਾ ਕੇਸ ਜਿਹੜਾ ਹੈ ਉਹ ਕਚਹਿਰੀ ਵਿੱਚ ਪੇਸ਼ ਕਰਦਾ ਹੈ ਕਿ ਕਿਸ ਢੰਗ ਨਾਲ ਇਹਨਾਂ ਨੂੰ ਇਹ ਇਸਲਾਮ ਵਿਰੋਧੀ ਗਰਦਾਨ ਕੇ ਤੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਸਕੇ। ਅਸਲ ਗੱਲ ਇਹ ਸੀ ਕਿ ਉਹ ਗੁਰੂ ਦੇ ਲਾਲਾਂ ਨੂੰ ਈਨ ਮਨਾਉਣੀ ਚਾਹੁੰਦਾ ਸੀ, ਝੁਕਾਉਣਾ ਚਾਹੁੰਦਾ ਸੀ, ਲੇਕਿਨ ਸਾਹਿਬਜ਼ਾਦੇ ਉਹਦੇ ਸਾਹਮਣੇ ਅਡੋਲ ਰਹੇ, ਅਡਿੱਗ ਰਹੇ। ਇਸ ਕਰਕੇ ਉਹਦਾ ਜਿਹੜਾ ਗੁੱਸਾ ਹੈ ਉਹ ਹੋਰ ਵਿਕਰਾਲ ਰੂਪ ਧਾਰਨ ਕਰ ਗਿਆ, ਹਿੰਸਕ ਰੂਪ ਅਖਤਿਆਰ ਕਰ ਗਿਆ। ਤਾਂ ਉਸਨੇ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਉਹ ਮੌਤ ਦੇ ਘਾਟ ਉਤਾਰ ਦੇਣ ਦੀ ਸਜ਼ਾ ਵੀ ਦਿੱਤੀ। ਕਿਉਂਕਿ ਇਸ ਸਾਰੇ ਪ੍ਰਸੰਗ ਦੇ ਵਿੱਚ ਦੀਵਾਨ ਸੁੱਚਾ ਨੰਦ ਦਾ ਰੋਲ ਵੀ ਜਿਹੜਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਕਿਉਂਕਿ ਜਦੋਂ ਨਵਾਬ ਮਲੇਰਕੋਟਲਾ ਨੇ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਲੀ ਜਿਹੜੀ ਗੱਲ ਹੈ ਉਸ ਨੂੰ ਇਸਲਾਮ ਵਿਰੋਧੀ ਇੱਕ ਤਰ੍ਹਾਂ ਨਾਲ ਐਲਾਨ ਕੀਤਾ ਔਰ ਉਹ ਇਨਕਾਰੀ ਹੋ ਗਿਆ, ਤਾਂ ਉਸ ਵੇਲੇ ਨਵਾਬ ਮਲੇਰਕੋਟਲਾ ਦੇ ਜਿਹੜੇ ਵਿਵੇਕ ਹੈ ਉਸ ਨੂੰ ਕਾਟ ਕਰਨ ਦੇ ਲਈ ਦੀਵਾਨ ਸੁੱਚਾ ਨੰਦ ਨੇ ਇਹ ਤਰਕ ਦਿੱਤਾ ਕਿ ਜਿਹੜੇ ਸੱਪ ਦੇ ਪੁੱਤਰ ਹੈ ਇਹਨਾਂ ਨੂੰ ਤੁਸੀਂ ਜੇ ਬਖਸ਼ੋਗੇ ਤਾਂ ਇਹ ਫਿਰ ਤੁਹਾਡੇ ਲਈ ਬਹੁਤ ਮਹਿੰਗਾ ਸੌਦਾ ਹੋਵੇਗਾ। ਤੇ ਇਹ ਭੁਜੰਗੀ ਜਿਹੜੇ ਹੈ ਇਹ ਸੱਪ ਦੇ ਪੁੱਤਰ ਹੈ ਤੇ ਇਹ ਫਿਰ ਦੁਬਾਰਾ ਪਲਟ ਕੇ ਡੰਗ ਮਾਰਨਗੇ, ਬੇਸ਼ੱਕ ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖ ਲਓ। ਤਾਂ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਜਦੋਂ ਫਿਰ ਵਜ਼ੀਰ ਖਾਨ ਨੇ ਪੁੱਛਿਆ ਵੀ ਜੇਕਰ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ ਤਾਂ ਤੁਸੀਂ ਤੁਹਾਡੀਆਂ ਛੋਟਾ ਉਮਰਾਂ ਨੂੰ ਦੇਖ ਕੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਉਹ ਸ਼ੀਰਖੋਰੇ ਬਾਲ ਸਨ। ਸ਼ੀਰਖੋਰੇ ਉਹਨਾਂ ਨੂੰ ਕਹਿੰਦੇ ਆ ਕਿ ਜਿਨ੍ਹਾਂ ਦੇ ਹਲੇ ਦੁੱਧ ਵਾਲੇ ਦੰਦ ਜਿਹੜੇ ਆ ਉਹ ਟੁੱਟਣ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੇ ਹੋਣ। ਤਾਂ ਉਹ ਸ਼ੀਰਖੋਰੇ ਦੁੱਧ ਪੀਂਦੇ ਬੱਚੇ ਸਨ ਤੇ ਉਹਨਾਂ ਦੀ ਮਾਸੂਮੀਅਤ ਨੂੰ ਮੁੱਖ ਰੱਖਦੇ ਆ, ਕਿਉਂਕਿ ਨਵਾਬ ਮਲੇਰਕੋਟਲਾ ਨੇ ਵੀ ਇਹ ਤਰਕ ਰੱਖਿਆ ਸੀ ਕਿ ਹਲੇ ਬੱਚੇ ਬੜੇ ਮਾਸੂਮ ਨੇ, ਛੋਟੇ ਨੇ ਤੇ ਇਸਲਾਮ ਦੇ ਵਿੱਚ ਇਹਨਾਂ ਨੂੰ ਇੰਨੀ ਭਿਆਨਕ ਮੌਤ ਦੀ ਸਜ਼ਾ ਦੇਣਾ ਜਿਹੜਾ ਉਚਿਤ ਨਹੀਂ ਹੈ। ਤਾਂ ਉਸ ਨੂੰ
ਜਿਹੜਾ ਹੈ ਕਾਟ ਕਰਨ ਦੇ ਲਈ ਦੀਵਾਨ ਸੁਚਾਨੰਦ ਨੇ ਜਿਹੜਾ ਆਪਣਾ ਤਰਕ ਦਿੱਤਾ, ਜਿਹੜਾ ਵਜ਼ੀਰ ਖਾਂ ਨੂੰ ਬੜਾ ਚੰਗਾ ਲੱਗਾ ਕਿ ਇਹਨਾਂ ਨੂੰ ਜਿਉਂਦੇ ਛੱਡਣਾ ਖਤਰੇ ਤੋਂ ਖਾਲੀ ਨਹੀਂ ਹੈ। ਕਿ ਉਸੇ ਵਜ਼ੀਰ ਖਾਂ ਦੇ ਇਸ ਸਵਾਲ ਦੇ ਜਵਾਬ ਵਿੱਚ ਸਾਹਿਬਜ਼ਾਦਿਆਂ ਨੇ ਕਿਹਾ ਕਿ ਜੇ ਤੁਸੀਂ ਸਾਨੂੰ ਛੱਡ ਦਿਓਗੇ ਤਾਂ ਅਸੀਂ ਦੁਬਾਰਾ ਸਿੰਘਾਂ ਨੂੰ ਇਕੱਠਾ ਕਰਾਂਗੇ ਔਰ ਤੁਹਾਡੇ ਵਿਰੁੱਧ ਬਗਾਵਤ ਕਰਾਂਗੇ। ਅਸੀਂ ਤੁਹਾਡੀ ਜਿਹੜੀ ਇਹ ਅਨਿਆਂ ਔਰ ਧੱਕੇ ਵਾਲੀ ਸਾਰੀ ਨੀਤੀ ਹੈ ਉਸ ਦਾ ਡਟ ਕੇ ਵਿਰੋਧ ਕਰਾਂਗੇ। ਤੋ ਉਸੇ ਵੇਲੇ ਵਜ਼ੀਰ ਖਾਂ ਜਿਹੜਾ ਹੈ ਬਹੁਤ ਜ਼ਿਆਦਾ ਕੜਕ ਕੇ ਬੋਲਿਆ, ਗੁੱਸੇ ਵਿੱਚ ਆ ਗਿਆ ਔਰ ਉਸਨੇ ਕਾਜੀ ਦੇ ਰਾਹੀਂ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣ ਕੇ ਮਾਰ ਦੇਣ ਦਾ ਜਿਹੜਾ ਹੁਕਮ ਹੈ ਉਹ ਸੁਣਾ ਦਿੱਤਾ ਸੀ ਜੀ। ਅਤੇ ਜਦੋਂ ਇਹਨਾਂ ਨੀਹਾਂ 'ਚ ਚਿਣ ਦਾ ਹੁਕਮ ਦੇ ਦਿੱਤਾ ਗਿਆ ਅਤੇ ਸਾਹਿਬਜ਼ਾਦੇ ਆਪਣੀ ਦਾਦੀ ਨੂੰ ਮਿਲਦੇ ਨੇ ਅਤੇ ਜਿੱਦਣ ਉਹਨਾਂ ਨੂੰ ਲੈਣ ਆਉਂਦੇ ਨੇ ਕਿ ਅੱਜ ਤੁਹਾਡੇ ਨੀਹਾਂ 'ਚ ਚਿਣਨ ਦਾ ਟਾਈਮ ਆ ਗਿਆ, ਉਸ ਸਮੇਂ ਜਦੋਂ ਵਿਦਾ ਲੈਂਦੇ ਨੇ ਉਹ ਕੀ ਬਿਰਤਾਂਤ ਸੀ ਜਦੋਂ ਸਾਹਿਬਜ਼ਾਦੇ ਦਾਦੀ ਤੋਂ ਵਿਦਾ ਲੈਂਦੇ ਨੇ? ਬੜੇ ਵੱਡੇ ਸ਼ਾਇਰ ਹੋਏ ਨੇ ਅੱਲਾ ਜੋਗੀ ਯਾਰ ਖਾਂ। ਹਾਂਜੀ। ਉਹ ਉਹਨਾਂ ਦੇ ਕਿਹੜੀ ਕਵਿਤਾ ਹੈ ਉਹਦੇ ਵਿੱਚ ਦਾ ਜ਼ਿਕਰ ਆਉਂਦਾ, ਬੜਾ ਦਿਲ ਟੁੰਬਵਾਂ ਜ਼ਿਕਰ ਹੈ ਕਿ ਕਿਸ ਤਰ੍ਹਾਂ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਅੰਤਮ ਸਫ਼ਰ ਲਈ ਵਿਦਾ ਕੀਤਾ। ਜਦੋਂ 27 ਦਸੰਬਰ ਵਾਲੇ ਦਿਨ 13 ਪੋਹ ਵਾਲੇ ਦਿਨ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਜਾਣਾ ਸੀ, ਮਾਰਿਆ ਜਾਣਾ ਸੀ, ਉਸ ਵੇਲੇ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਹੱਥੀਂ ਵਿਦਾ ਕੀਤਾ ਔਰ ਸਾਹਿਬਜ਼ਾਦੇ ਆਪਣੀ ਦਾਦੀ ਦਾ ਉਹਨਾਂ ਦੀ ਨਿੱਘੀ ਗਲਵੱਕੜੀ ਦਾ ਨਿੱਘ ਮਾਨਣ ਤੋਂ ਬਾਅਦ ਸ਼ਹਾਦਤ ਲਈ ਰਵਾਨਾ ਹੋਏ ਔਰ 13 ਪੋਹ ਵਾਲੇ ਦਿਨ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਉਸ ਵੇਲੇ ਕਿਉਂਕਿ ਜਿਹੜਾ ਠੰਡਾ ਬੁਰਜ ਹੈ ਉਹ ਬੜੀ ਉੱਚੀ ਥਾਂ 'ਤੇ ਸੀ ਜਿੱਥੇ ਮਾਤਾ ਗੁਜਰੀ ਜੀ ਕੈਦ ਸਨ। ਤਾਂ ਉਹ ਮਾਤਾ ਗੁਜਰੀ ਜੀ ਨੇ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜਿਹੜਾ ਪੂਰਾ ਨਜ਼ਾਰਾ ਹੈ ਇਹਦੇ ਪਿੱਛੇ ਦੋ ਮਕਸਦ ਵੀ ਸੀਗੇ। ਜਾਣ ਬੁੱਝ ਕੇ ਵੀ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਦੇ ਸਾਹਮਣੇ ਇਹ ਸ਼ਹੀਦ ਕਰਨ ਦਾ ਕਾਰਾ ਕੀਤਾ ਗਿਆ ਤਾਂ ਕਿ ਦਾਦੀ ਨੂੰ ਆਪਣੇ ਪੋਤਰਿਆਂ ਨਾਲ ਬਹੁਤ ਪਿਆਰ ਹੁੰਦਾ ਹੈ ਔਰ ਨਾਲ ਦੀ ਨਾਲ ਸਾਹਿਬਜ਼ਾਦਿਆਂ ਨੂੰ ਉਹ ਈਨ ਮਨਾਉਣ ਦੀ ਥਾਂ ਇਹ ਵੀ ਚਾਹੁੰਦੇ ਸਨ ਕਿ ਮਾਤਾ ਗੁਜਰੀ ਜੀ ਵੀ ਜਿਹੜੇ ਆ ਉਹ ਡਰ ਜਾਣ, ਦਹਿਲ ਜਾਣ। ਤੋ ਜਾਣ ਬੁੱਝ ਕੇ ਮਾਤਾ ਗੁਜਰੀ ਜੀ ਦੇ ਸਾਹਮਣੇ ਉਹਨਾਂ ਨੂੰ ਨੀਹਾਂ ਵਿੱਚ ਜਿਹੜਾ ਜਨਮਾਉਣ ਦਾ ਜਿਹੜਾ ਪੂਰਾ ਕੰਮ ਹੈ ਉਹ ਕੀਤਾ ਗਿਆ। ਔਰ ਸਿੱਖ ਇਤਿਹਾਸ ਦੀਆਂ ਇਹ ਦੋ ਝਾਕੀਆਂ ਬੜੀਆਂ ਬੇਮਿਸਾਲ ਨੇ ਕਿ ਚਮਕੌਰ ਦੀ ਗੜੀ ਵਿੱਚ ਦਸਮ ਪਾਤਸ਼ਾਹ ਨੇ ਆਪਣੇ ਵੱਡੇ ਪੁੱਤਰਾਂ ਨੂੰ ਲੜਦੇ ਦੇਖਿਆ, ਸ਼ਹੀਦ ਹੁੰਦੇ ਦੇਖਿਆ। ਇਸੇ ਤਰ੍ਹਾਂ ਮਾਤਾ ਗੁਜਰੀ ਜੀ ਨੇ ਆਪਣੇ ਪਿਆਰੇ ਪੋਤਰਿਆਂ ਨੂੰ ਉਹ ਠੰਡੇ ਬੁਰਜ ਦੀ ਉੱਚੀ ਥਾਂ ਦੇ ਉੱਤੇ ਖਲੋ ਕੇ ਉਹ ਪੂਰਾ ਜਿਹੜਾ ਨੀਹਾਂ ਵਿੱਚ ਚਿਣੇ ਜਾਣ ਦਾ ਹੌਲਨਾਕ ਦ੍ਰਿਸ਼ ਸੀ ਉਸ ਨੂੰ ਆਪਣੀ ਅੱਖਾਂ ਨਾਲ ਦੇਖਿਆ। ਬੜੀ ਸਬਰ ਨਾਲ, ਬੜੇ ਸਿਦਕ ਨਾਲ ਉਹਨਾਂ ਦੀ ਜਿਹੜੀ ਸਹਿਣ ਸ਼ਕਤੀ ਸੀ ਉਹ ਕਮਾਲ ਸੀ। ਉਸ ਸਹਿਣ ਸ਼ਕਤੀ ਦਾ ਪ੍ਰਗਟਾਵਾ ਜਿਹੜਾ ਹੈ ਉਹਨਾਂ ਨੇ ਉਸ ਠੰਡੇ ਬੁਰਜ ਦੇ ਵਿੱਚ ਕੀਤਾ ਕਿਉਂਕਿ ਸਾਰਾ ਉਹ ਜਿਹੜਾ ਹੌਲਨਾਕ ਦ੍ਰਿਸ਼ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਉਹਨਾਂ ਨੇ ਆਪਣੀ ਅੱਖਾਂ ਨਾਲ ਨਿਹਾਰਿਆ ਸੀ। ਤੋ ਇੱਕ ਤਰ੍ਹਾਂ ਨਾਲ ਇਹ ਸਿੱਖ ਇਤਿਹਾਸ ਦੀ ਇਹ ਯਾਦ ਦੇ ਵਿੱਚ ਇੱਕ ਬੜਾ ਹੀ ਬਲਕਾਰੀ ਦ੍ਰਿਸ਼ ਹੈ ਕਿ ਜਦੋਂ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਦੇਖਦੇ ਆ ਅਤੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਜਾਂਦੀ ਹੈ ਫਿਰ ਮਾਤਾ ਗੁਜਰੀ ਜੀ ਦਾ ਜੋ ਉਹਨਾਂ ਦੇ ਆਖਰੀ ਪਲ ਸੀ ਉਹ ਕੀ? ਜਿਵੇਂ ਇਤਿਹਾਸ ਦੱਸਦਾ ਹੈ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ। ਉਸ ਤੋਂ ਬਾਅਦ ਜਿਹੜਾ ਵਜ਼ੀਰ ਖਾਂ ਦੇ ਹੁਕਮ ਨਾਲ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਨੇ ਇਸ ਦੇ ਨਾਲ ਨਾਲ ਇਤਿਹਾਸ ਇਹ ਵੀ ਦੱਸਦਾ ਹੈ ਕਿ ਜਦੋਂ ਹੀ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦੇ ਦੇਖਿਆ ਉਸ ਤੋਂ ਬਾਅਦ ਉਹਨਾਂ ਨੇ ਮਹਿਸੂਸ ਕੀਤਾ ਕਿ ਜੋ ਮੇਰੀ ਜ਼ਿੰਦਗੀ ਦਾ ਮਿਸ਼ਨ ਹੈ ਸਭ ਤੋਂ ਵੱਡਾ ਉਹ ਹੁਣ ਸਾਕਾਰ ਹੋ ਚੁੱਕਾ ਹੈ, ਪੂਰਾ ਹੋ ਚੁੱਕਾ ਹੈ। ਤਾਂ ਉਹਨਾਂ ਨੇ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਔਰ ਸ਼ੁਕਰਾਨੇ ਔਰ ਸੁਰਖਰੂ ਹੋ ਜਾਣ ਵਾਲੀ ਅਵਸਥਾ ਵਿੱਚ ਦਸਮ ਦੁਆਰ ਸਵਾਸ ਚੜ੍ਹਾ ਕੇ ਆਪਣਾ ਸਰੀਰ ਜਿਹੜਾ ਹੈ ਪੰਜ ਭੂਤਕ ਸਰੀਰ ਹੈ ਉਹਨੂੰ ਤਿਆਗ ਦਿੱਤਾ। ਇਸ ਢੰਗ ਨਾਲ ਛੋਟੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦੀ ਬੇਮਿਸਾਲ ਸ਼ਹਾਦਤ ਇਸ ਧਰਤੀ 'ਤੇ ਵਾਪਰਦੀ ਹੈ ਔਰ ਵਜ਼ੀਰ ਖਾਂ ਦੇ ਹੁਕਮ ਨਾਲ ਦੋਨਾਂ ਪੁੱਤਰਿਆਂ ਔਰ ਦਾਦੀ ਮਾਂ ਦੇ ਜਿਹੜੇ ਮ੍ਰਿਤਕ ਸਰੀਰ ਹੈ ਉਹ ਕਿਲੇ ਦੇ ਬਾਹਰਲੇ ਪਾਸੇ, ਇਹ ਕਿਲੇ ਦੇ ਨਾਲ ਨਾਲ ਠੰਡੇ ਬੁਰਜ ਦੇ ਨਾਲ ਨਾਲ ਕਿਸੇ ਵੇਲੇ ਸਤਲੁਜ ਦਰਿਆ ਦਾ ਜਿਹੜਾ ਬਰਸਾਤੀ ਵਹਾਓ ਹੈ ਹੰਸਲਾ ਨਦੀ ਵਗਿਆ ਕਰਦੀ ਸੀ ਤਾਂ ਉਸ ਨਦੀ ਦੇ ਪਾਰਲੇ ਬੰਨੇ ਇਹ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਨੇ ਮਾਤਾ ਗੁਜਰੀ ਜੀ ਦੀ ਵੀ ਉੱਥੇ ਸੁੱਟ ਦਿੱਤੀਆਂ ਗਈਆਂ ਸੀ ਉਹਨਾਂ ਦੀ ਬੇਅਦਬੀ ਕਰਨ ਦੇ ਲਈ।
ਕਿਉਂਕਿ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇੰਨਾ ਵੱਡਾ ਹੌਲਨਾਕ ਕਾਰਾ ਕਰਨ ਤੋਂ ਬਾਅਦ ਵੀ ਵਜ਼ੀਰ ਖਾਨ ਦੇ ਜਿਹੜੇ ਸੀਨੇ ਵਿੱਚ ਠੰਡ ਨਹੀਂ ਸੀ ਪਈ, ਉਹ ਹਲੇ ਸ਼ਾਇਦ ਨੀਚਤਾ ਦੀਆਂ ਹੋਰ ਗਹਿਰਾਈਆਂ ਦੇ ਵਿੱਚ ਡਿੱਗਣਾ ਲੋਚਦਾ ਸੀ, ਨੀਚਤਾ ਦੀ ਸ਼ਾਇਦ ਕੋਈ ਹੋਰ ਹੱਦ ਕਰਨਾ ਚਾਹੁੰਦਾ ਸੀ। ਨਹੀਂ ਤਾਂ ਜਦੋਂ ਕੋਈ ਦੁਸ਼ਮਣ ਵੀ ਹੈ ਜੇਕਰ ਉਹ ਮਰ ਜਾਂਦਾ ਤਾਂ ਉਸ ਤੋਂ ਬਾਅਦ ਉਹਦੇ ਨਾਲ ਇਸ ਢੰਗ ਨਾਲ ਮਾੜਾ ਵਿਵਹਾਰ ਨਹੀਂ ਕੀਤਾ ਜਾਂਦਾ। ਲੇਕਿਨ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹਨਾਂ ਨੂੰ ਰੋਲਣ ਦੇ ਲਈ ਇੱਕ ਤਰ੍ਹਾਂ ਨਾਲ ਉਹ ਹੰਸਲਾ ਨਦੀ ਦੇ ਬਾਹਰਲੇ ਪਾਸੇ ਪਰਲੇ ਪਾਸੇ ਜਿਸ ਪਾਸੇ ਇੱਕ ਬੜਾ ਵੱਡਾ ਸੰਘਣਾ ਜੰਗਲ ਸੀ ਉੱਥੇ ਸੁਟਵਾ ਦਿੱਤਾ ਸੀ। ਜਦੋਂ ਇਹ ਸ਼ਹਾਦਤਾਂ ਹੋ ਜਾਂਦੀਆਂ ਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ, ਤੇ ਉਸ ਤੋਂ ਬਾਅਦ ਉਹਨਾਂ ਦੇ ਸੰਸਕਾਰ ਵਾਸਤੇ ਜੋ ਮੋਤੀ ਮਹਿਰਾ ਦਾ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਉਹਨਾਂ ਦਾ ਕੀ ਯੋਗਦਾਨ ਸੀ? ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮ੍ਰਿਤਕ ਦੇਹਾਂ ਹੰਸਲਾ ਨਦੀ ਦੇ ਪਰਲੇ ਪਾਸੇ ਸੁੱਟ ਦਿੱਤੀਆਂ ਜਾਂਦੀਆਂ ਨੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਮਾਨਗੜ੍ਹ ਸਾਹਿਬ ਸੁਸ਼ੋਭਿਤ ਹੈ। ਇਹ ਉਹ ਥਾਂ ਹੈ ਜਿੱਥੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦੇ ਜਿਹੜੇ ਬਿਮਾਨ ਨੇ ਉਹ ਤਿਆਰ ਕੀਤੇ ਗਏ ਸੀ। ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਇੱਥੋਂ ਚੁੱਕ ਕੇ ਬੜੀ ਸ਼ਰਧਾ ਪੂਰਵਕ ਗੁਰੂ ਘਰ ਦੇ ਸ਼ਰਧਾਲੂਆਂ ਜਿਹਦੇ ਵਿੱਚ ਦੀਵਾਨ ਟੋਡਰਮਲ ਜੀ ਔਰ ਬਾਬਾ ਮੋਤੀ ਰਾਮ ਜੀ ਮੋਹਰੀ ਸਨ, ਉਹ ਇੱਥੋਂ ਬਿਮਾਨ ਜਿਹੜੇ ਆ ਉਹ ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ ਉੱਥੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ। ਔਰ ਉਸ ਧਰਤੀ ਦਾ ਇਤਿਹਾਸ ਵੀ ਬੜਾ ਵਿਲੱਖਣ ਹੈ ਕਿ ਉਸ ਧਰਤੀ ਨੂੰ ਖਰੀਦਣ ਦੇ ਲਈ ਦੀਵਾਨ ਟੋਡਰਮਲ ਨੇ ਬਹੁਤ ਵੱਡਾ ਤਿਆਗ ਔਰ ਕੁਰਬਾਨੀ ਦਾ ਜਜ਼ਬਾ ਵਿਖਾਇਆ ਸੀ। ਕਿਉਂਕਿ ਉਸ ਵੇਲੇ ਵਜ਼ੀਰ ਖਾਨ ਨੇ ਜਾਣ-ਬੁੱਝ ਕੇ ਇਹ ਅੜਿੱਕਾ ਪਾਇਆ ਕਿ ਇਹਨਾਂ ਬੱਚਿਆਂ ਦੇ ਸੰਸਕਾਰ ਦੇ ਲਈ, ਮ੍ਰਿਤਕ ਦੇਹਾਂ ਦੇ ਸੰਸਕਾਰ ਦੇ ਲਈ ਮਾਤਾ ਗੁਜਰੀ ਜੀ ਔਰ ਸਾਹਿਬਜ਼ਾਦਿਆਂ ਦੇ ਉਹ ਉਨੀ ਕੁ ਧਰਤੀ ਹੀ ਦਿੱਤੀ ਜਾ ਸਕੇਗੀ ਜਿੰਨੀ ਧਰਤੀ ਦੇ ਉੱਤੇ ਕੋਈ ਬੰਦਾ ਜਿਹੜਾ ਹੈ ਉਹ ਸੋਨੇ ਦੀਆਂ ਮੋਹਰਾਂ ਦੇਵੇਗਾ। ਠੀਕ ਹੈ, ਉਹਨੂੰ ਇਹ ਅੰਦਾਜ਼ਾ ਸੀ ਕਿ ਸ਼ਾਇਦ ਕੋਈ ਵੀ ਇੰਨੀ ਰਕਮ ਨਹੀਂ ਖਰਚੇਗਾ ਤੇ ਮੇਰੇ ਮਨ ਦੀ ਮੁਰਾਦ ਪੂਰੀ ਹੋ ਜਾਏਗੀ। ਕਿਉਂਕਿ ਉਹ ਚਾਹੁੰਦਾ ਸੀ ਕਿ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਰੋਲੇ, ਕਿ ਜੰਗਲ ਦੇ ਵਿੱਚ ਸ਼ੇਰ, ਕੁੱਤੇ, ਜਾਨਵਰ, ਪੰਛੀ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਖਾ ਜਾਣ। ਇਹ ਉਹਦਾ ਜਿਹੜਾ ਹੈ ਇੱਕ ਨੀਚਤਾ ਭਰਿਆ, ਉਪੱਦਰ ਭਰਿਆ ਰਵੱਈਆ ਸੀ। ਲੇਕਿਨ ਉਸ ਨੂੰ ਕਾਮਯਾਬੀ ਨਹੀਂ ਮਿਲੀ ਕਿਉਂਕਿ ਦੀਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ, ਔਰ ਇਤਿਹਾਸ ਦੱਸਦਾ ਕਿ ਵਜ਼ੀਰ ਖਾਨ ਦੀ ਸ਼ਰਤ ਇਹ ਸੀ ਕਿ ਉਨੀ ਥਾਂ ਮਿਲੇਗੀ ਜਿੰਨੀ ਥਾਂ ਦੇ ਵਿੱਚ ਤੁਸੀਂ ਖੜੇ ਦਾ ਉਹ ਸੋਨੇ ਦੀਆਂ ਮੋਹਰਾਂ ਵਿਛਾਓਗੇ। ਤੋ ਦੀਵਾਨ ਟੋਡਰਮਲ ਜੀ ਨੇ ਉਹ ਸੋਨੇ ਦੀਆਂ ਮੋਹਰਾਂ ਵਿਛਾ ਕੇ ਦੁਨੀਆ ਦੀ ਸਭ ਤੋਂ ਜਿਹੜੀ ਮੁੱਲਵਾਨ ਧਰਤੀ ਹੈ ਉਹਦੇ ਖਰੀਦਦਾਰ ਹੋਣ ਦਾ ਜਿਹੜਾ ਹੈ ਮਾਣ ਪ੍ਰਾਪਤ ਕੀਤਾ। ਔਰ ਗੁਰੂ ਘਰ ਦੇ ਲਈ ਬਹੁਤ ਵੱਡੀ ਸ਼ਰਧਾ ਔਰ ਕੁਰਬਾਨੀ ਦਾ ਜਜ਼ਬਾ ਜਿਹੜਾ ਹੈ ਉਹਦੀ ਇੱਕ ਮਿਸਾਲ ਉਹਨਾਂ ਨੇ ਪੇਸ਼ ਕੀਤੀ। ਤੋ ਇਸ ਢੰਗ ਨਾਲ ਜਿਹੜਾ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦੀਆਂ ਮ੍ਰਿਤਕ ਦੇਹਾਂ ਦਾ ਜਿਹੜਾ ਸੰਸਕਾਰ ਕਰਨ ਦੇ ਵਿੱਚ ਬਾਬਾ ਮੋਤੀ ਰਾਮ ਜੀ ਦਾ ਔਰ ਦੀਵਾਨ ਟੋਡਰਮਲ ਜੀ ਦਾ ਉਹ ਵੱਡਾ ਇਤਿਹਾਸਕ ਯੋਗਦਾਨ ਹੈ, ਆਪਣੀ ਮਿਸਾਲ ਆਪ ਹੈ। ਔਰ ਇਸ ਦੀ ਜਿਹੜੀ, ਕਿਉਂਕਿ ਦੀਵਾਨ ਟੋਡਰਮਲ ਤਾਂ ਮੁਗਲ ਹਕੂਮਤ ਦੇ ਵੱਡੇ ਇੱਕ ਤਰ੍ਹਾਂ ਨਾਲ ਅਹਿਲਕਾਰ ਸਨ, ਉਹਨਾਂ ਦਾ ਬੜਾ ਦਿੱਲੀ ਦਰਬਾਰ ਦੇ ਵਿੱਚ ਅਸਰ ਰਸੂਖ ਸੀ। ਵਜ਼ੀਰ ਖਾਨ ਨੂੰ ਤਾਂ ਹੱਥ ਨਹੀਂ ਸੀ ਪਾ ਸਕਦਾ, ਲੇਕਿਨ ਉਹਨੇ ਸਾਰਾ ਗੁੱਸਾ ਜਿਹੜਾ ਹੈ ਬਾਅਦ ਵਿੱਚ ਉਹ ਬਾਬਾ ਮੋਤੀ ਰਾਮ ਜੀ ਔਰ ਉਹਨਾਂ ਦੇ ਪਰਿਵਾਰ ਦੇ ਉੱਤੇ ਕੱਢਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰ ਗਿਆ, ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋ ਗਿਆ, ਉਸ ਤੋਂ ਬਾਅਦ ਜਦੋਂ ਖੁਫੀਆ ਤੰਤਰ ਰਾਹੀਂ ਵਜ਼ੀਰ ਖਾਨ ਨੂੰ ਸਾਰੀ ਸੂਚਨਾ ਮਿਲੀ ਕਿ ਇਹ ਜਿਹੜਾ ਮੋਤੀ ਰਾਮ ਹੈ ਇਹ ਜਦੋਂ ਸਾਹਿਬਜ਼ਾਦੇ ਠੰਡਾ ਬੁਰਜ ਵਿੱਚ ਕੈਦ ਸਨ, ਮਾਤਾ ਗੁਜਰੀ ਜੀ ਵੀ, ਤਾਂ ਇਹ ਉਹਨਾਂ ਨੂੰ ਰਾਤ ਵੇਲੇ ਚੋਰੀ ਚੋਰੀ ਪ੍ਰਸ਼ਾਦਾ ਛਕਾਉਣ ਦੀ, ਦੁੱਧ ਛਕਾਉਣ ਦੀ ਜਿਹੜੀ ਸੇਵਾ ਕਰਦਾ ਰਿਹਾ। ਤਾਂ ਇਸ ਗੱਲ ਦੇ ਦੋਸ਼ ਲਾਉਂਦਿਆਂ, ਵੱਡਾ ਦੋਸ਼ ਲਾਉਂਦਿਆਂ ਵਜ਼ੀਰ ਖਾਨ ਨੇ ਜਿਹੜਾ ਬਾਬਾ ਮੋਤੀ ਰਾਮ ਜੀ ਔਰ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੜਵਾ ਕੇ ਮਰਵਾ ਦਿੱਤਾ ਸੀ। ਬੜੀ ਖੌਫਨਾਕ ਸਜ਼ਾ ਜਿਹੜੀ ਹੈ ਉਹਨਾਂ ਨੂੰ ਦਿੱਤੀ ਸੀ, ਕਿਉਂਕਿ ਉਹ ਮਹਿਸੂਸ ਕਰਦਾ ਸੀ ਕਿ ਭਵਿੱਖ ਦੇ ਵਿੱਚ ਕੋਈ ਵੀ ਉਹ ਹਕੂਮਤ ਦੇ ਵਿਰੁੱਧ ਬਗਾਵਤ ਨਾ ਕਰ ਸਕੇ ਜਾਂ ਹਕੂਮਤ ਦੇ ਬਾਗੀਆਂ ਨੂੰ ਕਿਸੇ ਤਰ੍ਹਾਂ ਵੀ ਮਦਦ ਨਾ ਕਰ ਸਕੇ। ਇਸ ਕਿਸਮ ਦੀ ਦਹਿਸ਼ਤ ਜਿਹੜੀ ਹੈ ਉਹ ਵਜ਼ੀਰ ਖਾਨ ਫੈਲਾਉਣਾ ਚਾਹੁੰਦਾ ਸੀ। ਤੋ ਇਹ ਇਸ ਢੰਗ ਨਾਲ ਉਸਨੇ ਬਾਬਾ ਮੋਤੀ ਰਾਮ ਔਰ ਉਹਨਾਂ ਦੇ ਪਰਿਵਾਰ ਦੇ ਸਾਰੇ ਜੀਆਂ ਨੂੰ ਕੋਹਲੂ ਵਿੱਚ ਪੜਵਾ ਦਿੱਤਾ ਸੀ। ਤੋ ਉਹਨਾਂ ਦੀ ਦਰਦਨਾਕ ਮੌਤ ਦੇ ਨਾਲ ਇੱਕ ਪ੍ਰਕਾਰ ਨਾਲ ਇਹ ਜਿਹੜਾ ਸਰਹਿੰਦ ਦਾ ਸਾਕਾ ਹੈ ਉਸ ਦਾ ਅੰਤ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਸਾਰੇ ਦਰਸ਼ਕਾਂ ਨੇ ਸਾਕਾ ਸਰਹੰਦ ਦੀ ਜੋ ਲੜੀਵਾਰ ਵਿਆਖਿਆ ਡਾਕਟਰ ਸਾਹਿਬ ਨੇ ਦੱਸੀ ਹੈ, ਉਹ ਸਾਰਾ ਇਤਿਹਾਸ ਜਿਹੜਾ ਹੈ ਦਰਸ਼ਕਾਂ ਨੇ ਸੁਣਿਆ ਹੋਏਗਾ। ਅਤੇ ਉਹ ਸਾਹਿਬਜ਼ਾਦਿਆਂ ਦੀ ਜੋ ਲਾਸਾਨੀ ਸ਼ਹਾਦਤ ਹੈ
ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਹੈ। ਅਤੇ ਇਹਨਾਂ ਦਿਨਾਂ ਦੀ ਜੋ ਮਹਾਨਤਾ ਹੈ ਸਾਕਾ ਸਰਹੰਦ ਦੀ, ਜੋ ਇਹ ਸਾਰਾ ਕੁਛ ਬੀਤਿਆ ਹੈ, ਅਤੇ ਕੁਰਬਾਨੀ ਦਾ ਜਜ਼ਬਾ, ਕਿਸ ਤਰ੍ਹਾਂ ਸਾਡੀ ਸਿੱਖ ਕੌਮ ਨੂੰ ਜਿਹੜੀ ਹੈ ਜਜ਼ਬਾ ਬਹਾਦਰੀ ਦਾ, ਕੁਰਬਾਨੀ ਦਾ ਜਜ਼ਬਾ ਜਿਹੜੀ ਇੱਥੋਂ ਇਸ ਸਿੱਖ ਇਤਿਹਾਸ ਤੋਂ ਲੈਂਦੀ ਆ ਰਹੀ ਹੈ। ਅਤੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਇਹ ਸਮਾਂ ਦਿੱਤਾ।